ਬਾਂਸਲ ਸਾਹਿਬ ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਹੋ ਜਾਂ ਆਪਣੀ ਪਾਰਟੀ ਲੀਡਰਸ਼ਿਪ ਤੇ ਜੋ ਲੋਕ ਸਭਾ ਚ ਆਰਡੀਨੈਂਸ ਪਾਸ ਹੋ ਗਏ ਉਹਦੇ ਨਾਲ ਹੋ? ਕਿਸਾਨਾਂ ਨੂੰ ਜਿਹੜਾ ਅੱਜ ਤੱਕ ਸਰਕਾਰਾਂ ਨੇ ਬੰਧਨ 'ਚ ਰੱਖਿਆ ਹੋਇਆ ਸੀ, ਅਸੀਂ ਉਸ ਬੰਧਨ ਤੋਂ ਮੁਕਤ ਕਰਤਾ। ਫਿਰ ਉਹ ਕਿਸਾਨ ਤੁਹਾਡੇ ਨਾਲ ਕਿਉਂ ਨਹੀਂ? ਉਹ ਤਾਂ ਸੜਕਾਂ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਦਾ ਪਿਆ, ਉਹ ਤਾਂ ਰੇਲਾਂ ਰੋਕਦਾ ਪਿਆ, ਉਹ ਤਾਂ ਕਹਿੰਦਾ ਕਿ ਸਾਡੇ ਨਾਲ ਇਹ ਧੋਖਾ ਕਰਨ ਜਾ ਰਹੇ। ਇਹ ਭੋਲੇ ਭਾਲੇ ਵਰਗ ਨੂੰ, ਕਿਸਾਨਾਂ ਨੂੰ ਭੜਕਾਉਂਦੀ ਹੈ। ਜਦੋਂ ਭਾਖੜਾ ਡੈਮ ਬਣਿਆ ਸੀ, ਇਹਨਾਂ ਨੇ ਭੜਕਾਇਆ ਸੀ ਕਿ ਤੁਹਾਨੂੰ ਫੋਕਾ ਪਾਣੀ ਦਿੱਤਾ ਜਾ ਰਿਹਾ। ਕਿਸਾਨਾਂ ਨਾਲ ਅੱਜ ਤੱਕ ਇਹ ਸਰਕਾਰਾਂ ਠੱਗੀ ਮਾਰਦੀ ਰਹੀਆਂ। ਕਲੀਅਰ ਕਰੋ ਤੁਸੀਂ, ਮੈਂ ਆਪਾਂ ਇਸ ਤੇ ਆਉਨੇ ਆ, ਆਰਡੀਨੈਂਸ ਤੇ ਵੀ ਆਵਾਂਗੇ। ਮੈਨੂੰ ਇਹ ਕਲੀਅਰ ਕਰ ਦਿਓ ਬਾਂਸਲ ਸਾਹਿਬ ਕਿ ਤੁਸੀਂ ਪੰਜਾਬ ਦੇ ਕਿਸਾਨ ਦੇ ਨਾਲ ਹੋ ਕਿ ਆਰਡੀਨੈਂਸ ਦੇ ਨਾਲ ਹੋ? ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਆ, ਉਹਦੇ ਕਰਕੇ ਹੀ ਇਹ ਆਰਡੀਨੈਂਸ ਪਾਸ ਕੀਤਾ ਹੈ। ਇੱਕ ਫਾਇਦਾ ਗਿਣਾਓ ਕੋਈ। ਇਹ 3 ਆਰਡੀਨੈਂਸ ਨੇ, ਜਮਾਖੋਰੀ ਇਹਦੇ ਚ ਹੋ ਜਾਣੀ ਹੈ, ਕਿਸਾਨ ਜਿਹੜਾ ਅਦਾਲਤ ਨਹੀਂ ਜਾ ਸਕਦਾ ਜੇ ਉਹਦੀ ਕੋਈ ਪੇਮੈਂਟ ਨਾ ਦੇਵੇ। ਕੋਈ ਇੱਕ ਫਾਇਦਾ ਤਾਂ ਗਿਣਾਓ। ਕੰਟਰੈਕਟ ਖੇਤੀ ਪੰਜਾਬ 'ਚ ਪਹਿਲਾਂ ਫੇਲ ਹੋ ਚੁੱਕੀ ਹੈ। ਜਿਹੜੀ ਪਹਿਲਾ ਸਿਸਟਮ ਸੀ ਮੰਡੀਆਂ ਦਾ ਤੇ ਐਮਐਸਪੀ ਦਾ, ਉਹ ਸਿਸਟਮ ਤਾਂ ਰਹੇਗਾ। ਦੂਸਰੀ ਇੱਕ ਆਪਸ਼ਨ ਮਿਲ ਗਈ ਦੂਸਰੀ ਕਿਸਾਨਾਂ ਨੂੰ। ਦੇਸ਼ ਦੇ ਪ੍ਰਧਾਨ ਮੰਤਰੀ ਆਦਰਨੀय ਨਰਿੰਦਰ ਮੋਦੀ ਜੀ, कृषि मंत्री आदरणीय नरेंद्र तोमर जी, उन्होंने बार बार हर मंच ते कहा, हर जगह कहा भी MSP पहला सी हुण है, अगे रहेगी। ਕਿਹਾ ਤਾਂ 15 ਲੱਖ ਰੁਪਇਆ ਵੀ ਸੀਗਾ ਬਾਂਸਲ ਸਾਹਿਬ। ਨਹੀਂ, ਕਿਸੇ ਨੇ ਕਿਹਾ ਸੀ, ਕਿਹਾ ਤਾਂ ਇਹ ਵੀ ਸੀ ਵੀ 15 ਲੱਖ ਰੁਪਇਆ ਦੇ ਦੇਵਾਂਗੇ, ਕਿੱਥੇ ਆਇਆ? ਕਿਹਾ ਤਾਂ ਇਹ ਵੀ ਸੀ ਵੀ ਕਾਲਾ ਧਨ ਲੈ ਆਵਾਂਗੇ, ਕਿੱਥੇ ਆਇਆ? ਕਿਸੇ ਨੇ ਨਹੀਂ ਕਿਹਾ। ਕਿਹਾ ਤਾਂ ਇਹ ਸੀਗਾ ਵੀ ਨੋਟਬੰਦੀ ਤੋਂ ਬਾਅਦ ਅੱਤਵਾਦ ਮੁੱਕ ਜੂਗਾ, ਕਿੱਥੇ ਮੁੱਕਿਆ? ਕਿਸਾਨ ਦੀ ਗੱਲ ਕਰ ਰਿਹਾ ਮੈਂ ਕਿਸਾਨ ਦੀ ਗੱਲ, ਪੰਜਾਬ ਦੀ ਗੱਲ ਕੀਤੀ ਹੈ ਨਾ, ਵੀ ਪੰਜਾਬ ਦੇ ਕਿਸਾਨ ਨੂੰ ਕੀ ਦਿੱਤਾ? ਪੰਜਾਬ ਦੇ ਕਿਸਾਨ ਦਾ ਅਸੀਂ MSP ਵਧਾਇਆ, ਉਹਨਾਂ ਦੀ ਫਸਲਾਂ ਦਾ ਬੀਮਾ ਕੀਤਾ, ਉਹਨਾਂ ਵਾਸਤੇ ਅਸੀਂ ਮੰਥਲੀ ਕੁਛ ਨਾ ਕੁਛ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜੇ ਤਿੰਨੇ ਆਰਡੀਨੈਂਸ ਹੈ ਉਹ ਉਹਨਾਂ ਵਾਸਤੇ ਹੀ ਹੈ। ਬਾਂਸਲ ਸਾਹਿਬ, ਜੇ ਕੋਈ ਪ੍ਰਾਈਵੇਟ ਬੰਦਾ ਕਿਸਾਨ ਦੇ ਪੈਸੇ ਨਹੀਂ ਦਿੰਦਾ ਉਹਦੀ ਫਸਲ ਦੇ, ਤਾਂ ਕਿਸਾਨ ਅਦਾਲਤ ਨਹੀਂ ਜਾ ਸਕਦਾ। ਇਹ ਤੁਹਾਡਾ ਇਹ ਨਵਾਂ ਕਾਨੂੰਨ ਕਹਿੰਦਾ ਉਹ SDM ਕੋਲੇ ਜਾਊਗਾ, ਉਹ ਅਦਾਲਤ ਵੀ ਨਹੀਂ ਜਾ ਸਕਦਾ ਆਪਦਾ ਪੈਸਾ ਲੈਣ ਵਾਸਤੇ। ਜਿੰਨੇ ਵੀ ਬਾਕੀ ਵਪਾਰ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ? ਅਦਾਲਤ ਜਾ ਸਕਦੇ ਆ ਅਸੀਂ, ਸਾਡੇ ਕੋਲੇ ਕੋਰਟਸ ਪਈਆਂ ਨੇ, ਜਾ ਸਕਦੇ ਆ। ਤੇ ਇਸ ਅਸੀਂ ਕੰਜ਼ਿਊਮਰ ਕੋਰਟਾਂ 'ਚ ਵੀ ਜਾਂਦੇ ਆ। ਸੌਖਾ ਕੀਤਾ ਵੀ ਕਿਸਾਨ SDM ਤੱਕ ਉਹਦਾ ਮਾਮਲਾ ਨਿਬੜ ਜਾਏਗਾ। ਤੁਸੀਂ ਸ਼ੁਰੂ ਸ਼ਬਦ ਵਰਤਿਆ ਸੀ ਕਿ ਭੋਲਾ ਭਾਲਾ ਕਿਸਾਨ ਹੈ। ਬਿਲਕੁਲ ਭੋਲਾ ਭਾਲਾ ਕਿਸਾਨ ਕਿੱਥੇ ਕੰਟਰੈਕਟ ਕਰਦਾ ਫਿਰੂਗਾ? 2 ਕਿੱਲੇ ਵਾਲਾ, ਕਿੱਲੇ ਵਾਲੀ ਖੇਤੀ ਵਾਲਾ, 3 ਕਿੱਲੇ ਵਾਲੀ ਆ। ਮੇਰੇ 2 ਕੈਮਰਾਮੈਨ ਖੜੇ ਨੇ, 2.5 ਕਿੱਲੇ ਜ਼ਮੀਨ ਦੇ ਮਾਲਕ ਨੇ। ਅੱਜ ਇੱਥੇ ਕੈਮਰੇ ਤਾਂ ਚਲਾਉਂਦੇ ਕਿਉਂਕਿ 2.5 ਕਿੱਲੇ 'ਚ ਬਚਦਾ ਕੁਝ ਨਹੀਂ। ਭੋਲੇ ਭਾਲੇ ਕਿਸਾਨ ਦਾ ਮਤਲਬ ਇਹ ਨਹੀਂ ਹੈ ਵੀ ਕਿਸਾਨ ਅੱਜ ਨੈਟ ਨਹੀਂ ਦੇਖ ਸਕਦਾ। ਭੋਲੇ ਭਾਲੇ ਕਿਸਾਨ ਦਾ ਮਤਲਬ ਇਹ ਨਹੀਂ ਹੈ ਉਹਨਾਂ ਨੂੰ ਦੇਸ਼ ਵਿਦੇਸ਼ਾਂ ਦੇ ਬਾਜ਼ਾਰਾਂ ਦਾ ਨਹੀਂ ਪਤਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ। ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸਾਂ ਤੇ ਹਰੇਕ ਪਾਰਟੀ ਦਾ ਸਟੈਂਡ ਕਲੀਅਰ ਹੈ। ਅਕਾਲੀ ਦਲ ਰਿਜ਼ਾਈਨ ਕਰਾ ਚੁੱਕਿਆ, ਹਰਸਿਮਰਤ ਕੌਰ ਬਾਦਲ ਰਿਜ਼ਾਈਨ ਕਰ ਚੁੱਕੇ ਹੈ ਕੇਂਦਰੀ ਵਜ਼ਾਰਤ ਤੋਂ। ਕਾਂਗਰਸ ਪਹਿਲਾਂ ਹੀ ਕਲੀਅਰ ਕਰ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਮੈਂ ਕਿਸਾਨਾਂ ਦੇ ਨਾਲ ਦਿੱਲੀ ਤੱਕ ਜਾ ਕੇ ਧਰਨੇ ਲਾਉਣ ਨੂੰ ਤਿਆਰ ਹਾਂ, ਤੇ ਭਗਵੰਤ ਮਾਨ ਵੀ ਸੰਸਦ 'ਚ ਇਹਦੇ ਖਿਲਾਫ ਬੋਲੇ ਨੇ। ਪਰ ਪੰਜਾਬ ਦੀ ਭਾਜਪਾ ਦਾ ਇਹਦੇ ਤੇ ਕੀ ਸਟੈਂਡ ਹੈ? ਕੀ ਪੰਜਾਬ ਭਾਜਪਾ ਦੇ ਆਗੂ ਕੇਂਦਰ ਦੀ ਸੋਚ ਦੇ ਨਾਲ ਔਰ ਇਸ ਆਰਡੀਨੈਂਸ ਦੇ ਨਾਲ ਨੇ, ਜਾਂ ਉਹ ਵੱਖਰਾ ਸੋਚਦੇ ਨੇ? ਸਾਡੇ ਨਾਲ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਸਾਹਿਬ ਨੇ। ਸਤਿ ਸ਼੍ਰੀ ਅਕਾਲ, ਬਹੁਤ ਸਵਾਗਤ ਹੈ ਜੀ। ਬਾਂਸਲ ਸਾਹਿਬ, ਤੁਸੀਂ ਪੰਜਾਬ ਦੇ ਕਿਸਾਨਾਂ ਨਾਲ ਹੋ ਜਾਂ ਆਪਣੀ ਪਾਰਟੀ ਲੀਡਰਸ਼ਿਪ ਤੇ ਜੋ ਲੋਕ ਸਭਾ 'ਚ ਆਰਡੀਨੈਂਸ ਪਾਸ ਹੋ ਗਏ ਉਹਦੇ ਨਾਲ ਹੋ? ਸਾਡਾ ਨਾਰਾ ਹੈ ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ। ਤੇ ਅਸੀਂ ਆਮ ਜਨਤਾ ਜਨਾਰਦਨ ਦੇ ਨਾਲ ਆ। ਉਹਨਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਐਡਰੈਸ ਕਰਨਾ ਇਹ ਸਰਕਾਰ ਦਾ ਫਰਜ਼ ਹੈ, ਧਰਮ ਹੈ, ਔਰ ਅਸੀਂ ਆਪਣੇ ਉਹ ਧਰਮ ਦਾ ਪਾਲਨ ਕਰ ਰਹੇ ਹਾਂ। ਇਹ 3 ਆਰਡੀਨੈਂਸ ਪਾਸ ਕਰਕੇ ਅਸੀਂ 1947 ਤੋਂ ਬਾਅਦ ਜ਼ਿਆਦਾਤਰ ਜਿਹੜੀਆਂ ਇਸ ਦੇਸ਼ 'ਤੇ ਸਰਕਾਰਾਂ ਰਹੀਆਂ ਉਹਨਾਂ ਨੇ ਇਹ ਕਿਸਾਨਾਂ ਨੂੰ ਦੱਬ ਕੇ ਰੱਖਿਆ, ਉਹਨਾਂ ਨੂੰ ਆਪਣੀ ਰਾਜਨੀਤੀ ਵਾਸਤੇ ਵਰਤਦੇ ਰਹੇ ਆ, ਤਾਂ ਹੀ ਕਿਸਾਨ ਆਤਮ ਹੱਤਿਆ ਕਰਦਾ ਰਿਹਾ। ਕਿਸਾਨਾਂ ਦੇ ਬਾਰੇ ਕਿਸੇ ਨੇ ਨਹੀਂ ਸੋਚਿਆ, ਤੇ ਜੇ ਕਿਸਾਨਾਂ ਬਾਰੇ ਕਿਸ ਨੇ ਸੋਚਿਆ
ਤਾਂ ਭਾਰਤੀ ਜਨਤਾ ਪਾਰਟੀ ਨੇ ਸੋਚਿਆ, ਆਦਰਣੀ ਨਰਿੰਦਰ ਮੋਦੀ ਜੀ ਨੇ ਇਹ ਵਾਅਦਾ ਕੀਤਾ ਹੈ, ਇਹ ਦਾਅਵਾ ਵੀ ਕੀਤਾ ਹੈ ਕਿ ਅਸੀਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ। ਔਰ ਉਹਦੇ ਵਾਸਤੇ ਅਲੱਗ-ਅਲੱਗ ਸਟੈਪ ਦੇ ਅੰਦਰ, ਚਰਨਾਂ ਦੇ ਅੰਦਰ ਅਸੀਂ ਕਈ ਯੋਜਨਾਵਾਂ ਲਾਗੂ ਕੀਤੀਆਂ। ਔਰ ਉਹ ਕਰਦੇ ਕਰਦੇ ਜਿਹੜੀਆਂ 3 ਹੁਣ ਆਰਡੀਨੈਂਸ ਪਾਸ ਕੀਤੇ ਹੈ, ਇਹਦੇ ਨਾਲ ਕਿਸਾਨ ਨੂੰ ਆਜ਼ਾਦੀ ਮਿਲ ਗਈ ਹੈ। ਜਿਸ ਤਰ੍ਹਾਂ ਬਾਕੀ ਵਪਾਰ 'ਚ ਆਜ਼ਾਦੀ ਹੈ, ਕੋਈ ਬੰਦਾ ਕੁਝ ਵੀ ਪ੍ਰੋਡਕਟ ਪ੍ਰੋਡਿਊਸ ਕਰੇ, ਉਹ ਕੁਝ ਵੀ ਬਣਾਵੇ, ਉਹ ਕਿਤੇ ਵੀ ਵੇਚੇ, ਕਿਸੇ ਵੀ ਰੇਟ ਨਾਲ ਵੇਚੇ। ਤੋ ਇੱਕ ਕਿਸਾਨਾਂ ਨੂੰ ਜਿਹੜਾ ਅੱਜ ਤੱਕ ਸਰਕਾਰਾਂ ਨੇ ਬੰਧਨ 'ਚ ਰੱਖਿਆ ਹੋਇਆ ਸੀ, ਅਸੀਂ ਉਸ ਬੰਧਨ ਤੋਂ ਮੁਕਤ ਕਰਤਾ। ਅੱਜ ਕਿਸਾਨ ਦੇਸ਼ ਵਿਦੇਸ਼ ਦਾ ਜਿਹੜਾ ਬਾਜ਼ਾਰ ਹੈ ਉਹਦੇ ਲਈ ਹਾਜ਼ਰ ਹੈ। ਫਿਰ ਉਹ ਕਿਸਾਨ ਤੁਹਾਡੇ ਨਾਲ ਕਿਉਂ ਨਹੀਂ? ਉਹ ਤਾਂ ਸੜਕਾਂ ਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕਦਾ ਪਿਆ, ਉਹ ਤਾਂ ਰੇਲਾਂ ਰੋਕਦਾ ਪਿਆ, ਉਹ ਤਾਂ ਕਹਿੰਦਾ ਕਿ ਸਾਡੇ ਨਾਲ ਇਹ ਧੋਖਾ ਕਰਨ ਜਾ ਰਹੇ ਹੋ। ਦੇਖੋ, ਇਸ ਦੇਸ਼ ਦੇ ਅੰਦਰ ਮੈਂ ਪਹਿਲਾਂ ਵੀ ਕਿਹਾ ਸੀ ਕਿ ਇੱਕ ਫੋਕਾ ਪਾਣੀ ਬ੍ਰਿਗੇਡ ਹੈ ਜਿਹੜੀ ਹਮੇਸ਼ਾ ਇਹ ਭੋਲੇ ਭਾਲੇ ਵਰਗ ਨੂੰ, ਕਿਸਾਨਾਂ ਨੂੰ ਭਟਕਾਉਂਦੀ ਹੈ। ਜਦੋਂ ਭਾਖੜਾ ਡੈਮ ਬਣਿਆ ਸੀ, ਇਹਨਾਂ ਨੇ ਭਟਕਾਇਆ ਸੀ ਕਿ ਤੁਹਾਨੂੰ ਫੋਕਾ ਪਾਣੀ ਦਿੱਤਾ ਜਾ ਰਿਹਾ। ਅੱਜ ਇਹ ਆਰਡੀਨੈਂਸ ਵੀ ਇਹਨੂੰ ਫੋਕਾ ਪਾਣੀ ਲੱਗਦਾ ਪਿਆ। ਜਿਨ੍ਹਾਂ ਨੇ ਕਿਸਾਨਾਂ ਦੀ ਕਿਸਮਤ ਖੋਲ ਦੇਣੀ ਹੈ, ਖਜ਼ਾਨੇ ਖੋਲ ਦੇਣੇ ਆ, ਉਹਨਾਂ ਦੇ ਬਾਰੇ ਉਹ ਗਲਤ ਪ੍ਰਚਾਰ ਕਰ ਰਹੇ ਆ। ਕਿਉਂਕਿ ਕਹਿੰਦੇ ਦੁੱਧ ਦਾ ਜਲਿਆ ਲੱਸੀ ਨੂੰ ਵੀ, ਛਾਛ ਨੂੰ ਵੀ ਕਹਿੰਦਾ ਫੂਕ ਪਿੰਦਾ, ਕਿਉਂਕਿ ਕਿਸਾਨਾਂ ਨਾਲ ਅੱਜ ਤੱਕ ਇਹ ਸਰਕਾਰਾਂ ਠੱਗੀ ਮਾਰਦੇ ਰਹੀਆਂ। ਕਲੀਅਰ ਕਰੋ ਤੁਸੀਂ, ਮੈਂ ਆਪਾਂ ਇਸ ਤੇ ਆਉਨੇ ਆ, ਆਰਡੀਨੈਂਸ ਤੇ ਵੀ ਆਵਾਂਗੇ। ਮੈਨੂੰ ਇਹ ਕਲੀਅਰ ਕਰ ਦਿਓ ਬਾਂਸਲ ਸਾਹਿਬ ਕਿ ਤੁਸੀਂ ਪੰਜਾਬ ਦੇ ਕਿਸਾਨ ਦੇ ਨਾਲ ਹੋ ਕਿ ਆਰਡੀਨੈਂਸ ਦੇ ਨਾਲ ਹੋ, ਇਹ ਕਲੀਅਰ ਕਰ ਦਿਓ। ਅਸੀਂ ਪੰਜਾਬ ਦੇ ਕਿਸਾਨ ਦੇ ਨਾਲ ਆ, ਉਹਦੇ ਕਰਕੇ ਹੀ ਇਹ ਆਰਡੀਨੈਂਸ ਪਾਸ ਕੀਤਾ। ਇਹ ਗੇਮ ਚੇਂਜਰ ਦਾ ਕੰਮ ਕਰਨਗੇ। ਬਾਕੀ ਪਾਰਟੀਆਂ ਉਹਨਾਂ ਨੂੰ ਖਰਾਬ ਕਰ ਰਹੀਆਂ, ਗਲਤ ਪ੍ਰਚਾਰ ਕਰ ਰਹੀਆਂ। ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਦਿੰਦੇ ਆ, ਤੁਹਾਡੀ ਭਾਈਵਾਲ ਪਾਰਟੀ ਹੈ, ਰਿਸ਼ਤਾ ਤੁਹਾਡਾ 9 ਮਾਸ ਦਾ ਅਜੇ ਵੀ ਭਾਵੇਂ ਬਰਕਰਾਰ ਹੋਊਗਾ, ਫਿਰ ਤੁਹਾਨੂੰ ਲੱਗਦਾ ਕਿ ਉਹ ਵੀ ਗੁੰਮਰਾਹ ਕਰ ਰਹੇ ਆ? ਸਾਡਾ 9 ਮਾਸ ਦਾ ਰਿਸ਼ਤਾ ਸੀ, ਹੈ, ਅੱਗੇ ਰਹੇਗਾ। ਉਹਦਾ ਇੱਕ ਕਾਰਨ ਹੈ ਕਿ ਸਾਡੀ ਇਕੱਲੀ ਰਾਜਨੀਤਿਕ ਸਾਂਝ ਨਹੀਂ ਹੈ, ਸਮਾਜਿਕ ਸਾਂਝ ਵੀ ਹੈ। ਉਹ ਪੰਜਾਬ ਦੀ ਜਨਤਾ ਨੇ ਮਹਿਸੂਸ ਕੀਤਾ, ਚਾਹੇ ਭਾਈਚਾਰੇ ਵੱਖੋਂ, ਚਾਹੇ ਵਿਕਾਸ ਵੱਖੋਂ। ਜਿੱਥੇ ਤੱਕ ਗੱਲ ਹੈਗੀ ਹੈ ਵੀ ਉਹਨਾਂ ਨੇ ਅਸਤੀਫਾ ਦਿੱਤਾ ਇਸ ਮੁੱਦੇ ਤੇ, ਅਲੱਗ-ਅਲੱਗ ਪਾਰਟੀਆਂ, ਉਹਨਾਂ ਦਾ ਅਲੱਗ ਏਜੰਡਾ ਹੈ, ਸਾਡਾ ਅਲੱਗ ਏਜੰਡਾ ਹੈ। ਇਹ ਕਹਿ ਰਿਹਾ ਕਿ ਮੈਂ ਕਿਸਾਨ ਦੀ ਧੀ ਹਾਂ। ਸਾਡੀਆਂ ਪ੍ਰਾਇੋਰਟੀਜ਼ ਕੁਝ ਹੈ, ਉਹਨਾਂ ਦੀ ਪ੍ਰਾਇੋਰਟੀਜ਼ ਕੁਝ ਹੈ। ਕਈ ਚੀਜ਼ਾਂ ਕਿਸੇ ਨੂੰ ਆਪਣੇ ਹਿਸਾਬ ਨਾਲ ਸਮਝ ਆਉਂਦੀਆਂ। ਜੋ ਸਾਡੀ ਸੋਚ ਹੈ ਉਹ ਅਸੀਂ ਇਸ ਸੋਚ ਨਾਲ ਕੀਤਾ ਕੰਮ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋਏਗੀ। ਜਿਹੜੀ ਪੰਜਾਬ ਦੇ ਅੰਦਰ ਇੱਕ ਜਿਹੜੀ ਆਪੋਜੀਸ਼ਨ ਹੈ, ਜਿਹੜੀ ਉਹ ਬ੍ਰਿਗੇਡ ਮੈਂ ਕਿਹਾ ਸੀ, ਫੋਕਾ ਪਾਣੀ ਬ੍ਰਿਗੇਡ, ਉਹਨਾਂ ਨੇ ਐਸਾ ਮਾਹੌਲ ਬਣਾ ਦਿੱਤਾ। ਮੈਨੂੰ ਲੱਗਦਾ ਵੀ ਉਸ ਮਾਹੌਲ 'ਚ ਕਿਤੇ ਨਾ ਕਿਤੇ ਕਿਸਾਨਾਂ ਦੇ ਵਿਰੋਧ ਕਰਕੇ ਅਕਾਲੀ ਦਲ ਉਸ ਵਿਰੋਧ 'ਚ ਬਹਿ ਗਿਆ। ਅਦਰਵਾਈਜ਼ ਸਾਡੀ ਸਾਂਝ ਹੈਗੀ ਆ, ਉਹ ਰਹੇਗੀ ਵੀ। ਇੱਕ ਫਾਇਦਾ ਗਿਣਾਓ ਕੋਈ, ਇਹ 3 ਆਰਡੀਨੈਂਸ ਨੇ, ਜਮਾਖੋਰੀ ਇਹਦੇ 'ਚ ਹੋ ਜਾਣੀ ਹੈ, ਕਿਸਾਨ ਜਿਹੜਾ ਅਦਾਲਤ ਨਹੀਂ ਜਾ ਸਕਦਾ ਜੇ ਉਹਦੀ ਕੋਈ ਪੇਮੈਂਟ ਨਾ ਦੇਵੇ। ਕੋਈ ਇੱਕ ਫਾਇਦਾ ਤਾਂ ਗਿਣਾਓ। ਕੰਟਰੈਕਟ ਖੇਤੀ ਪੰਜਾਬ 'ਚ ਪਹਿਲਾਂ ਫੇਲ ਹੋ ਚੁੱਕੀ ਹੈ, ਕਲਸਟਰ ਬਣੇ ਆ ਪੰਜਾਬ 'ਚ ਪਹਿਲਾਂ ਫੇਲ ਹੋ ਚੁੱਕੇ ਆ ਖੇਤੀ ਦੇ। ਦੇਖੋ, ਜਿਹੜੇ ਲੋਕ ਅੱਜ ਕਿਸਾਨਾਂ ਦੇ ਹੱਕਾਂ ਵਾਸਤੇ ਗੱਲ ਕਰ ਰਹੇ ਆ, ਜਿਹੜੇ ਲੋਕ ਇਸ ਆਰਡੀਨੈਂਸ ਦਾ ਵਿਰੋਧ ਕਰ ਰਹੇ ਆ, ਮੈਂ ਉਹਨਾਂ ਨੂੰ ਪੁੱਛਣਾ ਉਹ 70 ਸਾਲ ਕਿੱਥੇ ਸੀ? ਜੇ ਉਹਨਾਂ ਨੇ ਉਹਨਾਂ ਵਾਸਤੇ ਕੁਝ ਕੀਤਾ ਹੁੰਦਾ ਤਾਂ ਉਹ ਆਤਮ ਹੱਤਿਆ ਨਾ ਹੁੰਦੀਆਂ। ਉਹ ਆਤਮ ਹੱਤਿਆ ਨੂੰ ਰੋਕਣ ਵਾਸਤੇ ਕਿਸਾਨ ਜਿਹੜਾ ਅੰਨਦਾਤਾ ਹੈ ਉਹਨੂੰ ਉਹੇ ਦਾ ਸਟ੍ਰਕਚਰ ਉਹਨੂੰ ਉੱਥੇ ਪਹੁੰਚਾਉਣ ਵਾਸਤੇ ਅਸੀਂ ਆਰਡੀਨੈਂਸ ਲੈ ਕੇ ਆਏ ਹਾਂ। ਨੰਬਰ 1। ਨੰਬਰ 2, ਜਿਹੜਾ ਤੁਸੀਂ ਕਿਹਾ ਬੈਨੀਫਿਟ, ਇਹਦੇ ਬੈਨੀਫਿਟ ਹੀ ਹੈ। ਦੁਨੀਆ ਦੇ ਅੰਦਰ ਜਿੰਨੇ ਵਪਾਰ ਹੁੰਦੇ ਆ, ਕੋਈ ਇਨਸਾਨ ਕੁਝ ਵੀ ਪ੍ਰੋਡਿਊਸ ਕਰਦਾ ਹੈ, ਕੁਝ ਵੀ ਉਹ ਬਣਾਉਂਦਾ ਹੈ, ਤਾਂ ਉਹ ਆਪਣੀ ਮਿਹਨਤ ਦੇ ਹਿਸਾਬ ਦੇ ਨਾਲ, ਆਪਣੀ ਕੁਆਲਿਟੀ ਦੇ ਹਿਸਾਬ ਦੇ ਨਾਲ ਤੇ ਦੂਸਰੇ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਉਹ ਰੇਟ ਤੈਅ ਕਰਦਾ ਹੈ, ਉਹਦੇ ਨਾਲ ਕੰਟੈਕਟ ਕਰਦਾ ਹੈ ਤੇ ਇਸ ਤਰ੍ਹਾਂ ਬਿਜ਼ਨਸ ਚੱਲਦਾ ਹੈ। ਤੇ ਦੂਸਰੀ ਗੱਲ, ਜਿਹੜੀ ਪਹਿਲਾ ਸਿਸਟਮ ਸੀ ਮੰਡੀਆਂ ਦਾ ਤੇ MSP ਦਾ, ਉਹ ਸਿਸਟਮ ਤਾਂ ਰਹੇਗਾ। ਦੂਸਰੀ ਇੱਕ ਆਪਸ਼ਨ ਮਿਲ ਗਈ ਦੂਸਰੀ ਕਿਸਾਨਾਂ ਨੂੰ, ਤੇ ਕਿਸਾਨ ਜਿਹੜੀ ਮਰਜ਼ੀ ਜਿਹੜੀ ਆਪਸ਼ਨ ਹੈ ਉਹ ਅਡਾਪਟ ਕਰ ਸਕਦਾ। ਫਿਰ MSP ਨੂੰ ਇਹਦੇ ਦਾਇਰੇ 'ਚ ਲੈ ਆਉਂਦੇ, ਆਰਡੀਨੈਂਸ ਦੇ ਵਿੱਚ ਕਾਨੂੰਨ ਬਣਾ ਦਿੰਦੇ, MSP ਨੂੰ ਦਾਇਰੇ 'ਚ ਲੈ ਆਉਂਦੇ ਕਿ ਨਹੀਂ ਹੋਊਗੀ, ਕਿਸਾਨ ਚੁੱਪ ਹੋ ਜਾਂਦਾ, ਉਹ ਸਮਝ ਜਾਂਦਾ ਕਿ ਤੁਸੀਂ ਵਾਕਈ ਭਲਾ ਕਰ ਰਹੇ ਹੋ। ਦੇਸ਼ ਦੇ ਪ੍ਰਧਾਨ ਮੰਤਰੀ ਆਦਰਣੀ ਨਰਿੰਦਰ ਮੋਦੀ ਜੀ, कृषि मंत्री आदरणीय नरेंद्र तोमर जी, उन्होंने बार हर मंच ते कहा, हर जगह कहा भी MSP पहला सी
ਹੁਣ ਹੈ ਅੱਗੇ ਰਹੇਗੀ। ਤੁਸੀਂ ਇੱਕ ਆਪਸ਼ਨ ਦੇਤੀ। ਕਿਹਾ ਤਾਂ 15 ਲੱਖ ਰੁਪਇਆ ਵੀ ਸੀਗਾ ਬਾਂਸਲ ਸਾਹਿਬ। ਨਹੀਂ ਕਿਸੇ ਨੇ ਕਿਹਾ ਸੀ, ਕਿਹਾ ਤਾਂ ਇਹ ਵੀ ਸੀ ਵੀ 15 ਲੱਖ ਰੁਪਇਆ ਦੇ ਦੇਣਗੇ, ਕਿੱਥੇ ਆਇਆ? ਕਿਹਾ ਤਾਂ ਇਹ ਵੀ ਸੀ ਵੀ ਕਾਲਾ ਧਨ ਲੈ ਆਵਾਂਗੇ, ਕਿੱਥੇ ਆਇਆ? ਕਿਸੇ ਨੇ ਨਹੀਂ ਕਿਹਾ। ਕਿਹਾ ਤਾਂ ਇਹ ਸੀਗਾ ਵੀ ਨੋਟਬੰਦੀ ਤੋਂ ਬਾਅਦ ਅੱਤਵਾਦ ਮੁੱਕ ਜੂਗਾ, ਕਿੱਥੇ ਮੁੱਕਿਆ? ਦੇਖੋ ਤੁਸੀਂ, ਇਹ ਕਿਸੇ ਨੇ ਨਹੀਂ ਕਿਹਾ। ਇਹ ਗੱਲਾਂ ਜਿਹੜੀਆਂ ਹੈਗੀਆਂ ਇਹ ਫੇਕ ਹੈ, ਬਣਾਈਆਂ ਗਈਆਂ, ਠੀਕ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਵੀ ਜਿਸ ਤਰ੍ਹਾਂ ਦਾ ਅਸੀਂ ਰਿਫਾਰਮਸ ਲੈ ਕੇ ਆ ਰਹੇ ਹਾਂ, ਆਉਣ ਵਾਲੇ ਟਾਈਮ 'ਚ ਹਿੰਦੁਸਤਾਨ ਇੱਕ ਨਵੇਂ ਭਾਰਤ ਦੀ ਤਰ੍ਹਾਂ ਲੱਗੇਗਾ, ਔਰ ਨਜ਼ਰ ਆ ਰਿਹਾ। ਅੱਜ ਹਿੰਦੁਸਤਾਨ ਦਾ ਪੂਰੀ ਦੁਨੀਆ 'ਚ ਕੀ ਰੁਤਬਾ ਹੈ ਉਹ ਸਭ ਦੇ ਸਾਹਮਣੇ ਹੈ। ਇਹ ਰਿਫਾਰਮਸ ਦੇ ਨਾਲ ਵਪਾਰ ਦੇ ਅੰਦਰ, ਸਾਡੇ ਵਿਕਾਸ ਦੇ ਅੰਦਰ, ਸਾਡੀਆਂ ਨਵੀਆਂ ਯੋਜਨਾਵਾਂ ਦੇ ਅੰਦਰ, ਜਿਸ ਦੇਸ਼ ਦੇ ਅੰਦਰ ਗੈਸ ਦੇ ਸਿਲੰਡਰ ਵਾਸਤੇ MP ਦੀ ਸਿਫਾਰਿਸ਼ ਹੁੰਦੀ ਸੀ, ਉਹ ਗੈਸ ਅਸੀਂ 8 ਕਰੋੜ ਤੋਂ ਵੱਧ ਲੋਕਾਂ ਨੂੰ ਫ੍ਰੀ ਦੇਤਾ। ਜਿਸ ਦੇਸ਼ ਦੇ ਅੰਦਰ 60% ਲੋਕ ਬਾਹਰ ਜਾਂਦੇ ਸੀਗੇ ਆਪਣਾ ਨੈਚੁਰਲ ਕਾਜ਼ ਦੇ ਲਈ, ਅੱਜ ਉਹ ਅਸੀਂ ਘਰ ਘਰ ਬਣਵਾਤੀਆਂ। ਜਿਸ ਦੇਸ਼ ਦੇ ਅੰਦਰ ਕਿਸੇ ਪਿੰਡ 'ਚ ਬਿਜਲੀ ਨਹੀਂ ਪਹੁੰਚੀ ਸੀ, ਅੱਜ ਅਸੀਂ ਹਰ ਉਹ ਘਰ 'ਚ ਬਿਜਲੀ ਪਹੁੰਚਾਤੀ। ਸੋ ਇਹ ਜਾਰੇ ਸਾਰੀਆਂ ਰਿਫਾਰਮਸ ਕਰਦੇ। ਪੰਜਾਬ ਦੇ ਲੀਡਰ ਹੋ ਨਾ ਤੁਸੀਂ, ਪੰਜਾਬ ਵਾਸਤੇ ਦੱਸੋ ਕਿ ਪੰਜਾਬ ਵਾਸਤੇ ਕੀ, ਪੰਜਾਬ ਦਾ ਕਿਸਾਨ ਅੱਜ ਸੜਕ ਤੇ ਕਿਉਂ ਹੈ? ਇਸ ਗੱਲ ਦਾ ਜੇ ਉਹਨੂੰ ਇੰਨਾ ਰੈਵੋਲੂਸ਼ਨ ਲੱਗਦਾ ਹੁੰਦਾ। ਪੰਜਾਬ ਦੇ ਵਾਸਤੇ ਅਸੀਂ, ਇਹ ਗੁਰੂ ਨਾਨਕ ਦੀ ਧਰਤੀ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਹੈ। ਇਸ ਧਰਤੀ ਦੇ ਜਿਹੜੇ ਗੁਰੂ ਨਾਨਕ ਨਾਮ ਦੇਵਾ ਸੰਗਤ ਨੂੰ ਅਸੀਂ ਕੋਰੀਡੋਰ, ਜਿਹੜਾ ਕਰਤਾਰਪੁਰ ਕੋਰੀਡੋਰ ਸਾਹਿਬ ਖੋਲ੍ਹਿਆ, ਨੰਬਰ 1। ਨੰਬਰ 2, 84 ਦੇ ਦੰਗਿਆਂ ਦੇ ਅੰਦਰ ਜਿੰਨੇ ਲੋਕਾਂ ਨੇ ਕਤਲੇਆਮ ਕੀਤਾ, ਉਹ ਲੋਕਾਂ ਦੀਆਂ ਫਾਈਲਾਂ ਕਾਂਗਰਸ ਤੇ ਸੋ ਕਾਲਡ ਲੀਡਰਾਂ ਨੇ ਬੰਦ ਕਰਤੀਆਂ। ਉਹਨਾਂ ਨੂੰ ਇਨਸਾਫ ਦੇਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ। ਬਾਂਸਲ ਸਾਹਿਬ ਕਿਸਾਨ ਦੀ ਗੱਲ ਕਰ ਰਿਹਾ ਮੈਂ ਕਿਸਾਨ ਦੀ ਗੱਲ, ਪੰਜਾਬ ਦੀ ਗੱਲ ਕੀਤੀ ਹੈ ਨਾ। ਹਾਂ ਵੀ ਪੰਜਾਬ ਦੇ ਕਿਸਾਨ ਨੂੰ ਕੀ ਦਿੱਤਾ? ਪੰਜਾਬ ਦੇ ਕਿਸਾਨ ਦਾ ਅਸੀਂ MSP ਵਧਾਇਆ, ਉਹਨਾਂ ਦੀ ਫਸਲਾਂ ਦਾ ਬੀਮਾ ਕੀਤਾ, ਉਹਨਾਂ ਵਾਸਤੇ ਅਸੀਂ ਮੰਥਲੀ ਕੁਛ ਨਾ ਕੁਛ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਔਰ ਜਿਹੜੇ ਤਿੰਨੇ ਆਰਡੀਨੈਂਸ ਹੈ ਉਹ ਉਹਨਾਂ ਵਾਸਤੇ ਹੀ ਹੈ, ਕੱਲੇ ਕਿਸਾਨਾਂ ਵਾਸਤੇ ਹੈ। ਅੱਜ ਕਿਸਾਨ ਬਾਕੀ ਵਪਾਰੀਆਂ ਦੀ ਤਰ੍ਹਾਂ, ਅੱਜ ਲੁਧਿਆਣੇ 'ਚ ਕੋਈ ਵਪਾਰ ਦੇਖ ਲਓ, ਇੱਕ ਹੀਰੋ ਸਾਈਕਲ ਦਾ ਤੁਸੀਂ ਐਗਜ਼ਾਮਪਲ ਲੈ ਲਓ, ਸਾਈਕਲ ਦੀ ਛੋਟੀ ਜਿਹੀ ਆਈਟਮ ਤੋਂ ਸ਼ੁਰੂ ਕਰਕੇ ਵਰਲਡ ਦੇ ਅੰਦਰ ਨਾਮ ਕਮਾਇਆ। ਮੈਂ ਸਮਝਦਾ ਕਿਸਾਨ ਨੇ ਵੀ ਅੱਜ ਉਹਨਾਂ ਨੂੰ ਉਹੇ ਜਿਹਾ ਜਿਹੜਾ ਹੈਗਾ ਦਾਰਾ ਅੱਜ ਮਿਲੇਗਾ ਇਸ ਆਰਡੀਨੈਂਸ ਦੇ ਰਾਹੀਂ। ਉਹੀ ਤਾਂ ਮੈਂ ਕਹਿ ਰਿਹਾ, ਫਿਰ MSP ਨੂੰ ਕਾਨੂੰਨ ਦੇ ਦਾਇਰੇ 'ਚ ਲੈ ਆਓ, ਇਸੇ ਆਰਡੀਨੈਂਸ 'ਚ MSP ਨੂੰ ਲੈ ਆਓ। ਜਿਹੜਾ ਉਹ ਤਾਂ ਸਿਫਾਰਿਸ਼ ਕੀਤੀ ਜਾਂਦੀ ਹੈ ਨਾ ਪ੍ਰਧਾਨ ਮੰਤਰੀ ਨੂੰ। ਕਾਨੂੰਨ ਪਹਿਲਾਂ ਹੈ ਉਹ ਚੱਲ ਰਿਹਾ, ਅਸੀਂ ਨਵੀਂ ਲੈ ਕੇ ਆਉਂਦੇ ਆ ਨਾ, ਉਹਦੇ ਨਾਲ ਤਾਂ ਲਿੰਕ ਨਹੀਂ ਹੈ ਹੀ ਗਿਆ। ਪ੍ਰਾਈਵੇਟ ਮੰਡੀ ਦਾ ਕੀ ਫਾਇਦਾ ਹੋਊਗਾ ਕਿਸਾਨ ਨੂੰ? ਪ੍ਰਾਈਵੇਟ ਮੰਡੀ ਦਾ ਕੀ ਫਾਇਦਾ ਹੋਊਗਾ? ਪ੍ਰਾਈਵੇਟ ਮੰਡੀ 'ਚ ਕਿਸਾਨ ਜੋ ਦੂਸਰੀਆਂ ਸਟੇਟਾਂ ਦੇ ਅੰਦਰ, ਦੂਸਰੇ ਸ਼ਹਿਰਾਂ ਦੇ ਅੰਦਰ, ਦੂਸਰੀਆਂ ਦੇਸ਼ਾਂ ਦੇ ਅੰਦਰ ਜਿਸ ਚੀਜ਼ ਦੀ ਡਿਮਾਂਡ ਹੋਏਗੀ, ਕਿਸਾਨ ਆਪਣੇ ਹਿਸਾਬ ਨਾਲ ਉਹ ਪ੍ਰੋਡਿਊਸ ਕਰ ਸਕਦਾ ਹੈ, ਉਹ ਰੇਟ ਕੰਟੈਕਟ ਉਹਦੇ ਨਾਲ ਕਰ ਸਕਦਾ ਹੈ। ਔਰ ਜਿਹੜੀ ਮਾਰਕੀਟ ਦੀ ਫਲਕਚੁਏਸ਼ਨ ਹੋਏਗੀ, ਮਿਨੀਮਮ ਜਿਸ ਤਰ੍ਹਾਂ MSP ਉਹਨੂੰ ਮਿਲਣਾ ਹੀ ਮਿਲਣਾ ਹੈ, ਉਸ ਤਰ੍ਹਾਂ ਉਸ ਕੰਟੈਕਟ ਦੇ ਅੰਦਰ ਉਹਨੂੰ ਮਿਨੀਮਮ ਪ੍ਰਾਈਸ ਤਾਂ ਮਿਲੇਗਾ ਹੀ ਮਿਲੇਗਾ। ਲੇਕਿਨ ਜਿਹੜੀ ਮਾਰਕੀਟ ਦੀ ਫਲਕਚੁਏਸ਼ਨ, ਜਿਹੜਾ ਰੇਟ ਵਧੇਗਾ, ਉਸ 'ਚ ਉਹਨੂੰ ਇੱਕ ਹਿੱਸਾ ਵੀ ਮਿਲੇਗਾ। ਅਗਲੀ ਗੱਲ, ਜਿਹੜਾ ਸਭ ਤੋਂ ਬੜੀ ਖੂਬਸੂਰਤ ਇਸ ਆਰਡੀਨੈਂਸ ਦੀ ਗੱਲ ਹੈ ਵੀ ਕਿਸੇ ਵੀ ਹਾਲਾਤ 'ਚ, ਕਿਸੇ ਵੀ ਤਰ੍ਹਾਂ ਦੇ ਝਗੜੇ 'ਚ ਕਿਸਾਨ ਦੀ ਧਰਤੀ, ਉਹਦੀ ਜ਼ਮੀਨ ਦੇ ਕੰਨੀ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ। ਜਦ ਕਿ ਪਹਿਲਾਂ ਨਿੱਕੇ ਨਿੱਕੇ ਮਸਲਿਆਂ 'ਚ ਕਿਸਾਨ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਕੋਰਟ ਕਚਹਿਰੀਆਂ 'ਚ ਧੱਕੇ ਮਤਲਬ ਰੁਲਦੀ ਫਿਰਦੀ ਸੀ ਉਹਦੇ ਕਾਗਜ਼। ਸੋ ਉਸ ਕੰਡੀਸ਼ਨ ਦੇ ਅੰਦਰ ਕਿਸਾਨ ਦੀ ਜ਼ਮੀਨ ਕਿਸਾਨ ਕੋਲ ਹੈ ਔਰ ਉਹ ਲੋਕਲ ਲੈਵਲ ਤੇ ਸਾਰੇ ਮਸਲੇ ਹੱਲ ਹੋਣਗੇ। ਸੋ ਕਿਸਾਨ ਨੂੰ ਇੱਕ ਨਵਾਂ ਆਜ਼ਾਦੀ ਮਿਲੀ ਹੈ ਆਪਣੇ ਆਪ ਨੂੰ ਤਰੱਕੀ ਲੈ ਕੇ ਜਾਣ ਵਾਸਤੇ। ਬਾਂਸਲ ਸਾਹਿਬ, ਜੇ ਕੋਈ ਪ੍ਰਾਈਵੇਟ ਬੰਦਾ ਕਿਸਾਨ ਦੇ ਪੈਸੇ ਨਹੀਂ ਦਿੰਦਾ ਉਹਦੀ ਫਸਲ ਦੇ, ਤਾਂ ਕਿਸਾਨ ਅਦਾਲਤ ਨਹੀਂ ਜਾ ਸਕਦਾ। ਇਹ ਤੁਹਾਡਾ ਇਹ ਨਵਾਂ ਕਾਨੂੰਨ ਕਹਿੰਦਾ ਉਹ SDM ਕੋਲੇ ਜਾਊਗਾ, ਉਹ ਅਦਾਲਤ ਵੀ ਨਹੀਂ ਜਾ ਸਕਦਾ ਆਪਦਾ ਪੈਸਾ ਲੈਣ ਵਾਸਤੇ। ਜਿੰਨੇ ਵੀ ਬਾਕੀ ਵਪਾਰ ਹੁੰਦੇ ਆ ਉਹ ਕਿਸ ਤਰ੍ਹਾਂ ਹੁੰਦੇ ਆ? ਅਦਾਲਤ ਜਾ ਸਕਦੇ ਆ, ਅਸੀਂ ਸਾਡੇ ਕੋਲੇ ਕੋਰਟਸ ਪਈਆਂ ਨੇ, ਜਾ ਸਕਦੇ ਆ। ਤੇ ਇਸ ਚ ਅਸੀਂ ਕੰਜ਼ਿਊਮਰ ਕੋਰਟਾਂ 'ਚ ਵੀ ਜਾਂਦੇ ਆ। ਸੌਖਾ ਕੀਤਾ ਹੈ ਵੀ ਕਿਸਾਨ SDM ਤੱਕ ਉਹਦਾ ਮਾਮਲਾ ਨਿਬੜ ਜਾਏਗਾ, ਕਿਸਾਨ ਨੂੰ ਜ਼ਿਆਦਾ ਉੱਥੇ ਜਾਣ ਦੀ ਲੋੜ ਨਹੀਂ। ਗੰਨੇ ਦੇ ਵਪਾਰੀ ਗੰਨੇ ਦੀਆਂ ਪੇਮੈਂਟਾਂ ਵਾਸਤੇ SDM ਕੋਲੇ ਜਾਂਦੇ, 3-3 ਸਾਲ ਰੁਲਦਾ ਗੰਨੇ ਦਾ ਕਿਸਾਨ। ਸੁਣੋ, ਜਿਸ ਕਿਸਾਨ ਨੇ, ਹਾਂ, ਉਹ ਪਹਿਲਾਂ ਇਹ ਲੋਕਾਂ ਨੇ, ਤੇ ਉਹੀ ਚੀਜ਼ ਤਾਂ ਹੁਣ ਕਣਕ ਤੇ ਝੋਨੇ 'ਚ ਕਰਤੀ। ਹੁਣ ਨਹੀਂ ਹੋਣੀ। ਪਹਿਲਾਂ ਗੰਨੇ ਕੇਨ ਫਾਰਮਿੰਗ ਵਾਲਾ ਬੰਦਾ SDM ਕੋਲੇ ਜਾਂਦਾ ਸੀ, ਉਹ ਅਦਾਲਤ ਨਹੀਂ ਜਾ ਸਕਦਾ। ਹੁਣ ਤਾਂ ਝੋਨੇ ਤੇ ਜਿਹੜਾ ਕਣਕ ਵਾਸਤੇ ਉਹ ਨਹੀਂ ਜਾ ਸਕੂਗਾ ਅਦਾਲਤ। ਕੁਝ ਲੋਕਾਂ ਦਾ ਇੱਕ ਮਾਫੀਆ ਕੰਮ ਕਰਦਾ ਸੀ, ਜਿਨ੍ਹਾਂ 'ਚ ਲੀਡਰਾਂ ਦਾ ਉਹ ਹੁੰਦਾ ਸੀ, ਉਹਨਾਂ ਨੂੰ ਸਹਿਯੋਗ ਹੁੰਦਾ ਸੀ, ਜਿਹੜੇ ਕਿਸਾਨਾਂ ਨੂੰ ਤੰਗ ਕਰਦੇ ਸੀਗੇ।
ਇਹ ਸਾਰਾ ਕੰਮ ਕਿਸਾਨਾਂ ਨੂੰ ਤੰਗ ਨਾ ਕੋਈ ਕਰ ਸਕੇ, ਇਹਦੇ ਵਾਸਤੇ ਹੈ। ਨੰਬਰ 1। ਨੰਬਰ 2, ਜਿਹੜਾ ਕਿਸਾਨ ਕੰਟੈਕਟ ਕਰ ਰਿਹਾ ਹੈ ਉਹ ਆਪਣੀਆਂ ਸ਼ਰਤਾਂ ਤੇ ਕੰਟੈਕਟ ਕਰੇਗਾ, ਉਹਦੀ ਮਰਜ਼ੀ ਹੈ। ਉਹ ਉਸ ਤੋਂ 80% ਐਡਵਾਂਸ ਲਵੇ, 70% ਐਡਵਾਂਸ ਲਵੇ, 100% ਐਡਵਾਂਸ ਲਵੇ, ਉਸ 'ਚ ਕੋਈ ਬਾਉਂਡੇਸ਼ਨ ਨਹੀਂ ਹੈ। ਜੇ ਉਹਨੂੰ ਵਧੀਆ ਰੇਟ ਮਿਲਦਾ ਤਾਂ ਉਹਨੂੰ ਦੇ ਦੇ, ਨਹੀਂ ਵਧੀਆ ਰੇਟ ਮਿਲਦਾ ਐਮਐਸਪੀ 'ਚ ਦੇ ਦੇ। ਤੁਸੀਂ ਸ਼ੁਰੂ ਸ਼ਬਦ ਵਰਤਿਆ ਸੀ ਕਿ ਭੋਲਾ ਭਾਲਾ ਕਿਸਾਨ ਹੈ। ਬਿਲਕੁਲ ਭੋਲਾ ਭਾਲਾ ਕਿਸਾਨ ਕਿੱਥੇ ਕੰਟਰੈਕਟ ਕਰਦਾ ਫਿਰੂਗਾ? 2 ਕਿੱਲੇ ਵਾਲਾ, ਕਿੱਲੇ ਵਾਲੀ ਖੇਤੀ ਵਾਲਾ, 3 ਕਿੱਲੇ ਵਾਲੀ ਆ। ਮੇਰੇ 2 ਕੈਮਰਾਮੈਨ ਖੜੇ ਨੇ, 2.5 ਕਿੱਲੇ ਜ਼ਮੀਨ ਦੇ ਮਾਲਕ ਨੇ। ਅੱਜ ਇੱਥੇ ਕੈਮਰੇ ਤਾਂ ਚਲਾਉਂਦੇ ਆ ਕਿਉਂਕਿ 2.5 ਕਿੱਲੇ 'ਚ ਬਚਦਾ ਕੁਝ ਨਹੀਂ। ਭੋਲੇ ਭਾਲੇ ਕਿਸਾਨ ਦਾ ਮਤਲਬ ਇਹ ਨਹੀਂ ਹੈ ਵੀ ਕਿਸਾਨ ਅੱਜ ਨੈਟ ਨਹੀਂ ਦੇਖ ਸਕਦਾ। ਭੋਲੇ ਭਾਲੇ ਕਿਸਾਨ ਦਾ ਮਤਲਬ ਇਹ ਨਹੀਂ ਹੈ ਉਹਨਾਂ ਨੂੰ ਦੇਸ਼ ਵਿਦੇਸ਼ਾਂ ਦੇ ਬਾਜ਼ਾਰਾਂ ਦਾ ਨਹੀਂ ਪਤਾ। ਭੋਲੇ ਭਾਲੇ ਕਿਸਾਨ ਨੂੰ ਇਹ ਨਹੀਂ, ਇਹਦਾ ਮਤਲਬ ਨਹੀਂ ਹੈ ਉਹਨੂੰ ਕਿੱਥੇ ਕੀ ਜ਼ਰੂਰਤ ਆ ਉਹਨੂੰ ਨਹੀਂ ਪਤਾ। ਭੋਲੇ ਭਾਲੇ ਕਿਸਾਨ ਦਾ ਮਤਲਬ ਹੈ ਕਿ ਉਹ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਆ ਜਾਂਦਾ। ਅੱਜ ਵੀ ਇਹ ਲੋਕਾਂ ਦੀਆਂ ਗੱਲਾਂ 'ਚ ਆ ਰਿਹਾ ਔਰ ਕਿਸਾਨ ਨੂੰ ਜ਼ਿਆਦਾ ਪਤਾ ਲੱਗੇਗਾ ਕਿ ਇਹ ਜਿਹੜੇ ਆਰਡੀਨੈਂਸ ਹੈ ਇਹ ਗੇਮ ਚੇਂਜ ਦਾ ਕੰਮ ਕਰਨਗੇ ਤਾਂ ਸਾਰਾ ਵਿਰੋਧ ਖਤਮ ਹੋ ਜਾਏਗਾ। ਔਰ ਅਸੀਂ ਭਾਰਤੀ ਜਨਤਾ ਪਾਰਟੀ ਦਾ ਇੱਕ ਹੀ ਕਾਰਜਕਰਤਾ ਉਹਨਾਂ ਨੂੰ ਇਸ ਆਰਡੀਨੈਂਸ ਦੀ ਡਿਟੇਲ ਦੱਸਣ ਵਾਸਤੇ ਉਹ ਕੋਸ਼ਿਸ਼ ਕਰ ਰਿਹਾ ਵੀ ਅਸੀਂ ਉਹਨਾਂ ਨੂੰ ਕਨਵਿੰਸ ਕਰ ਸਕੀਏ। ਕਦੋਂ ਦੱਸੋਗੇ ਡਿਟੇਲ? ਲੱਗੇ ਹੋਏ ਆ। ਜੂਨ ਤੋਂ ਆਰਡੀਨੈਂਸ ਆਏ ਨੇ, 5 ਜੂਨ ਤੋਂ ਆਏ ਹੈ। ਤੁਸੀਂ ਇਹ ਗੱਲ ਪਹੁੰਚਾ ਕਿਉਂ ਨਹੀਂ ਸਕੇ ਜੇ ਇੰਨਾ ਹੀ ਫਾਇਦਾ ਇਹਦਾ? ਦੇਸ਼ ਨੂੰ ਤੋੜਨ ਦੀਆਂ ਤਾਕਤਾਂ ਹਮੇਸ਼ਾ ਇਸ ਦੇਸ਼ 'ਚ ਕੰਮ ਕਰਦੀਆਂ ਰਹੀਆਂ, ਉਹ ਹੁਣ ਵੀ ਕੰਮ ਕਰ ਰਹੀਆਂ। ਲੇਕਿਨ ਦੇਸ਼ ਮੁੱਖ ਮੰਤਰੀ ਪੰਜਾਬ ਦੇ ਦਾ ਵਿਰੋਧ ਕਰ ਰਹੇ ਹੈ। ਮੁੱਖ ਮੰਤਰੀ ਪੰਜਾਬ ਦੀ ਗਲਤੀ ਕਰ ਰਿਹਾ ਤੋੜਨ ਦੀਆਂ ਬਿਲਕੁਲ। ਪੰਜਾਬ ਦੇ ਮੁੱਖ ਮੰਤਰੀ ਦੇਸ਼ ਨੂੰ ਤੋੜ ਰਹੇ ਨੇ। ਬਿਲਕੁਲ ਤੋੜ ਰਹੇ। ਜੇ ਪੰਜਾਬ ਦਾ ਮੁੱਖ ਮੰਤਰੀ ਇੰਨੀ ਗੱਲ ਕਵੇ ਵੀ ਪਾਕਿਸਤਾਨ ਨੂੰ ਨੁਕਸਾਨ ਦੀ ਗੱਲ ਕਰੇ ਵੀ ਪਾਕਿਸਤਾਨ ਦਾ ਵੱਖਵਾਦ ਵੱਧ ਜੂਗਾ ਤੇ ਕਿਸਾਨਾਂ ਦੇ ਆਰਡੀਨੈਂਸ ਵਾਪਸ ਨਾ ਲਿੱਤਾ ਗਿਆ, ਇਹ ਤੋੜਨ ਦੀ ਗੱਲ ਹੈ। ਇਹਨਾਂ ਦੇ ਬਿਆਨ ਪਾਕਿਸਤਾਨ ਇੰਟਰਨੈਸ਼ਨਲ ਕੋਰਟ ਦੇ ਅੰਦਰ ਗਵਾਹੀ ਦੇ ਤੌਰ ਤੇ ਪੇਸ਼ ਕਰਦਾ। ਸੋ ਇਹ ਜਿਹੜਾ ਕੈਪਟਨ ਸਾਹਿਬ ਨੇ ਐਸੇ ਬਿਆਨ ਦੇ ਕੇ ਵੀ ਬਿਲਕੁਲ ਇਸ ਦੇਸ਼ ਦੇ ਨਾਲ, ਇਸ ਧਰਤੀ ਨਾਲ ਉਹਨਾਂ ਨੇ ਗਲਤ ਕੀਤਾ, ਦਰੋਹ ਕੀਤਾ। ਤੁਸੀਂ ਕੈਪਟਨ ਸਾਹਿਬ ਨੂੰ ਕਹਿ ਰਹੇ ਹੋ ਕਿ ਵਿਦਰੋਹ ਕਰ ਰਹੇ ਨੇ, ਦੇਸ਼ ਦੇ ਨਾਲ ਧੋਖਾ ਕਰ ਰਹੇ ਨੇ। ਇਸ ਤਰ੍ਹਾਂ ਕਿਉਂ ਹੁੰਦਾ ਕਿ ਜਦੋਂ ਲੌਜੀਕ ਦੀ ਗੱਲ ਆਉਂਦੀ ਹੈ, ਕੋਈ ਸਵਾਲ ਕੀਤਾ ਜਾਂਦਾ ਹੈ ਤਾਂ ਭਾਜਪਾ ਦੇ ਲੀਡਰ ਵਿੱਚ ਪਾਕਿਸਤਾਨ ਦੀ ਗੱਲ ਕਿਉਂ ਲੈ ਆਉਂਦੇ? ਪਾਕਿਸਤਾਨੀ ਗੱਲ ਭਾਜਪਾ ਦੇ ਲੀਡਰ ਕਿਉਂ ਲੈ ਕੇ ਆਏ ਆ? ਤੁਸੀਂ ਮੈਨੂੰ ਕੀ ਕਿਹਾ? ਇਸ ਆਰਡੀਨੈਂਸ ਤੇ ਗੱਲ ਕਰਦੇ ਹੋਏ ਪਾਕਿਸਤਾਨ ਦੀ ਗੱਲ ਕਿਹਨੇ ਕੀਤੀ? ਕੈਪਟਨ ਨੇ ਕੀਤੀ। ਅਸੀਂ ਕਿੱਥੇ ਕੀਤੀ? ਅਸੀਂ ਤਾਂ ਉਹਦਾ ਰਿਪਲਾਈ ਕਰ ਰਹੇ ਹਾਂ ਕਿ ਉਹਨੇ ਗਲਤ ਕੰਮ ਕੀਤਾ। ਫੌਜੀ ਹੈ ਉਹ, ਤੇ ਫੌਜੀ ਸਾਹਿਬ ਇਹ ਗੱਲ ਕਹਿਣ, ਕੈਪਟਨ ਸਾਹਿਬ ਇਹ ਗੱਲ ਕਹਿਣ ਵੀ ਪਾਕਿਸਤਾਨ ਦੇ ਅੰਦਰੋਂ ਵੱਖਵਾਦ ਵਧੇਗਾ। ਇਸ ਤੋਂ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ? ਇੱਕ ਕਿਸਾਨ ਤਾਂ ਕਹਿ ਰਹੇ ਸਾਡੇ ਨਾਲ ਖੜਿਆ, ਜਿਹੜਾ ਕਿਸਾਨ ਦੇ ਨਾਲ ਖੜਿਆ, ਤੁਸੀਂ ਉਹਨੂੰ ਕਹਿ ਰਹੇ ਹੋ ਕਿ ਦੇਸ਼ ਤੋੜ ਰਿਹਾ। ਅੱਜ ਤੱਕ ਉਹ ਕਿੱਥੇ ਸੀਗੇ? ਉਹਨਾਂ ਦੀਆਂ ਸਰਕਾਰਾਂ ਰਹੀਆਂ 1947 ਤੋਂ ਬਾਅਦ, ਕੇਂਦਰ 'ਚ ਉਹਨਾਂ ਦੀਆਂ ਸਰਕਾਰਾਂ ਰਹੀਆਂ, ਸਟੇਟ 'ਚ ਉਹਨਾਂ ਦੀਆਂ ਸਰਕਾਰਾਂ ਰਹੀਆਂ। ਫਿਰ ਕਿਸਾਨ ਆਤਮ ਹੱਤਿਆ ਕਰ ਰਿਹਾ। ਕੀ ਕੀਤਾ ਉਹਨਾਂ ਨੇ? ਉਹਨਾਂ ਨੇ ਸਿਰਫ ਤੇ ਸਿਰਫ ਆਪਣੇ ਰਾਜਨੀਤਿਕ ਮਸਲੇ ਹੱਲ ਕੀਤੇ ਆ, ਸਿਰਫ ਰਾਜ ਕੀਤਾ ਔਰ ਦੇਸ਼ ਨੂੰ ਲੁੱਟਿਆ, ਕਿਸਾਨਾਂ ਨੂੰ ਵੀ ਲੁੱਟਿਆ ਉਹਨਾਂ ਨੇ। ਪ੍ਰਧਾਨ ਮੰਤਰੀ ਮੋਦੀ ਅੱਜ ਆਪਣੇ ਸੰਬੋਧਨ 'ਚ ਕਟਾਕਸ਼ ਕਰਦੇ ਆ ਕਿ ਰਾਹੁਲ ਗਾਂਧੀ ਦੇ ਮੈਨੀਫੈਸਟੋ ਦੇ ਵਿੱਚ, ਜਿਹੜਾ ਕਾਂਗਰਸ ਦਾ ਮੈਨੀਫੈਸਟੋ ਸੀ, ਰਾਹੁਲ ਗਾਂਧੀ ਦੀ ਤਸਵੀਰ ਸੀ, ਉਹਦੇ 'ਚ ਸਾਰੇ ਆਰਡੀਨੈਂਸ ਸੀਗੇ ਔਰ ਅੱਜ ਉਹ ਸਵਾਲ ਕਰਦੇ। ਇਹ ਕਟਾਕਸ਼ ਨਹੀਂ ਕਰਦੇ, ਸੱਚਾਈ ਦੱਸਦੇ ਆ ਕਿ ਇਹਨਾਂ ਨੇ ਮੈਨੀਫੈਸਟੋ 'ਚ ਗੱਲ ਕਹੀ ਸੀ ਵੀ ਇਹ ਜਿਹੜੀਆਂ ਚੀਜ਼ਾਂ ਅਸੀਂ ਜੇ ਲੈ ਕੇ ਆਏ ਆ ਵੀ ਅਸੀਂ ਲੈ ਕੇ ਆਵਾਂਗੇ। ਨੰਬਰ 1। ਨੰਬਰ 2, ਜਦੋਂ ਇਹ ਆਰਡੀਨੈਂਸ ਲੈ ਕੇ ਆਣੇ ਸੀ ਉਦੋਂ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਹਿਮਤੀ ਸੀ। ਔਰ ਅਗਲੀ ਗੱਲ, ਮਨਪ੍ਰੀਤ ਸਿੰਘ ਬਾਦਲ ਜਿਹੜੇ ਫਾਈਨੈਂਸ ਮਿਨਿਸਟਰ ਹੈ ਉਹਨਾਂ ਨੇ ਗੱਲ ਕਹੀ ਸੀ ਵੀ ਜਿਹੜਾ ਇਹਦਾ ਬੇਸ ਸੀਗਾ ਇਹ ਸਰਦਾਰ ਮਨਮੋਹਨ ਸਿੰਘ ਜਿਹੜੇ ਪੂਰਵ ਪ੍ਰਧਾਨ ਮੰਤਰੀ ਸੀ ਉਹਨਾਂ ਦੇ ਟਾਈਮ 'ਚ ਬਣਿਆ ਸੀ। ਇਹ ਗੱਲ ਉਹਨਾਂ ਨੇ ਕਿਉਂ ਕਹੀ? ਵੀ ਮੈਨੂੰ ਕ੍ਰੈਡੀਬਿਲਿਟੀ ਮਿਲ ਜੇ। ਤੇ ਇਹ ਤਾਂ ਅੱਗੇ ਬੰਦੇ ਦੋ ਰੰਗੀ ਸੀ, ਹੁਣ ਤਾਂ ਬਹੁਤ ਰੰਗੀ ਹੋ ਗਏ। ਸੰਸਦ 'ਚ ਕੁਛ ਬੋਲਣਾ, ਮੀਟਿੰਗ 'ਚ ਕੁਛ ਬੋਲਣਾ, ਜਨਤਾ 'ਚ ਕੁਛ ਬੋਲਣਾ, ਕਿਸਾਨਾਂ 'ਚ ਕੁਛ ਬੋਲਣਾ। ਇਹ ਬਿਆਨਬਾਜ਼ੀ ਆਪਣੀ ਬਦਲਦੇ ਆ, ਹੋਰ ਕੁਛ ਨਹੀਂ ਹੈ ਇਸ 'ਚ। ਤੁਹਾਨੂੰ ਲੱਗਦਾ ਕਿਸਾਨ ਦੇ ਜਿਹੜੇ ਆਗੂ ਨੇ, ਲੀਡਰ ਨੇ, ਜਿਹੜੇ ਇਹਨਾਂ ਸੰਘਰਸ਼ਾਂ ਨੂੰ ਔਰ ਉਹ ਸੜਕਾਂ ਤੇ ਬੈਠੇ ਇਹਨੂੰ ਲੀਡ ਕਰ ਰਹੇ ਆ, ਤੁਹਾਨੂੰ ਲੱਗਦਾ ਉਹਨਾਂ ਨੂੰ ਸਮਝ ਨਹੀਂ ਹੈ? ਨਹੀਂ, ਉਹਨਾਂ ਨੂੰ ਸਮਝ ਹੈ। ਫਿਰ ਮੈਂ ਕਹਿੰਦਾ ਉਹ ਲੋਕ ਕਿਉਂਕਿ ਇਹਨਾਂ ਨਾਲ ਬੜੀ ਲੰਬੀ ਅਲਾਇੰਸ ਰਹੀ ਹੈ ਤੇ ਉਹ ਲੋਕ ਇਹਨਾਂ ਦੀ ਇੱਕ ਜੋ ਸਪੈਕੂਲੇਸ਼ਨ ਇਹ ਕਰਦੇ ਪਏ ਆ ਵੀ ਇੱਦਾਂ ਹੋ ਜੂ, ਇੱਦਾਂ ਹੋ ਜੂ, ਇੱਦਾਂ ਹੋ ਜੂ, ਉਹਨਾਂ ਨੂੰ ਇੱਕ ਡਰ ਦਿਖਾ ਰਹੇ ਆ, ਭੂਤ ਆਜੂ, ਭੂਤ ਆਜੂ, ਭੂਤ ਆਜੂ, ਜਾਂ ਦੂਸਰੀ ਗੱਲ ਸ਼ੇਰ ਆਜੂ, ਸ਼ੇਰ ਆਜੂ। ਬਸ ਉਹੀ ਕੁਛ ਹੈ। ਉਹ ਲੋਕਾਂ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਨਜ਼ਦੀਕ ਜਾ ਕੇ ਉਹਨਾਂ ਨੂੰ ਆਰਡੀਨੈਂਸ ਬਾਰੇ ਦੱਸੀਏ ਔਰ ਅਸੀਂ ਇਹਨਾਂ ਨੂੰ ਪ੍ਰਾਰਥਨਾ ਵੀ ਕਰਦੇ ਹਾਂ ਕਿ ਬੇਨਤੀ ਕਰਕੇ, ਕਿਰਪਾ ਕਰਕੇ ਉਹਨੂੰ ਆਰਡੀਨੈਂਸ ਨੂੰ ਧਿਆਨ ਨਾਲ ਪੜ੍ਹੋ, ਉਹਨਾਂ ਨੂੰ ਦੇਖੋ ਸਾਲ 6 ਮਹੀਨੇ। ਇਹ ਕਿਸਾਨਾਂ ਦੇ ਲਈ
ਔਰ ਪੰਜਾਬ ਦੇ ਲਈ ਨਹੀਂ, ਦੇਸ਼ ਦੇ ਲਈ ਇਹ ਗੇਮ ਚੇਂਜਰ ਦਾ ਕੰਮ ਕਰਨਗੇ। ਆਰਡੀਨੈਂਸ ਕਹਿੰਦਾ ਹੈ ਕਿ ਪ੍ਰਾਈਵੇਟ ਮੰਡੀਆਂ ਜਿਹੜੀਆਂ ਹੋਣਗੀਆਂ ਉਹ ਸਟੇਟ ਨੂੰ ਕੋਈ ਟੈਕਸ ਸਟੇਟ ਉਸ ਤੋਂ ਲੈ ਨਹੀਂ ਸਕੂਗੀ। ਅੱਗੇ ਮੰਡੀਕਰਨ ਦੇ ਵਿੱਚ ਮੰਡੀਆਂ ਦੇ ਵਿੱਚ ਫੀਸਾਂ ਹੁੰਦੀਆਂ, ਆੜਤੀ ਦਾ ਵੱਖਰੀ ਫੀਸ ਹੁੰਦੀ ਹੈ, ਪਾਰਕਿੰਗ ਤੋਂ ਲੈ ਕੇ ਹਰੇਕ ਚੀਜ਼ ਕਿਸਾਨ ਨੂੰ ਪ੍ਰਾਈਵੇਟ ਮੰਡੀ 'ਚ ਆਪਦੇ ਪੱਲੋਂ ਦੇਣੀ ਪਊਗੀ। ਤਾਂ ਇਹ ਨੁਕਸਾਨ ਹੈ ਕਿ ਫਾਇਦਾ ਹੈ? ਦੇਖੋ, ਜਿਸ ਟਾਈਮ ਤੁਸੀਂ ਕੋਈ ਸਿਸਟਮ ਚੇਂਜ ਕਰਦੇ ਹੋ ਤਾਂ ਉਸ 'ਚ ਤੁਹਾਨੂੰ ਇੱਕ ਨਵਾਂ ਜਿਹੜਾ ਹੈਗਾ ਉਹ ਇੱਕ ਤੁਹਾਡਾ ਲਾਈਨ ਬਣਦੀ ਹੈ, ਤਾਂ ਉਸ 'ਚ ਕੋਈ ਪਲੱਸ ਮਾਈਨਸ ਹੁੰਦਾ ਔਰ ਉਹਦੇ ਰਿਜ਼ਲਟਸ ਤੁਹਾਡੇ ਸਾਹਮਣੇ ਆਣਗੇ। ਹਾਲੇ ਤਾਂ ਹੋਇਆ ਹੀ ਕੁਝ ਨਹੀਂ, ਹਾਲੇ ਤਾਂ ਸਟਾਰਟ ਹੈ, ਰਿਜ਼ਲਟਸ ਕੋਈ, ਕਿਉਂਕਿ ਅੱਜ ਤੱਕ ਦੀਆਂ ਸਰਕਾਰਾਂ ਨੇ ਜਿੰਨੇ ਵੀ ਐਸੇ ਕੋਈ ਕਾਨੂੰਨ ਲਿਆਂਦੇ, ਕੋਈ ਐਸੇ ਬਿੱਲ ਲੈ ਕੇ ਆਂਦੇ, ਉਹਨਾਂ ਦਾ ਪਿੱਛੇ ਕੋਈ ਨਾ ਕੋਈ ਹਿਡਨ ਏਜੰਡਾ ਰਹਿੰਦਾ ਸੀ, ਜਿਹਦੇ ਕਰਕੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦਾ ਸੀ। ਸੋ ਮੋਦੀ ਸਰਕਾਰ ਦਾ ਕੋਈ ਹਿਡਨ ਏਜੰਡਾ ਨਹੀਂ ਹੈ, ਜੋ ਹੈ ਸਪਸ਼ਟ ਹੈ ਔਰ ਉਹਦੇ ਰਿਜ਼ਲਟ ਆਉਣ ਵਾਲੇ ਟਾਈਮ 'ਚ ਸਾਹਮਣੇ ਆ ਜਾਣਗੇ। ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਇਸ ਗੱਲ ਦੀ? ਬਿਲਕੁਲ ਜ਼ਿੰਮੇਵਾਰੀ ਹੈ, ਸਾਡੀ ਪਾਰਟੀ ਹੈ, ਸਾਡੀ ਜ਼ਿੰਮੇਵਾਰੀ ਹੈ। ਜਨਤਾ ਜਨਾਰਦਨ ਦੇ ਹਰ ਸਮੱਸਿਆ ਦੇ ਐਡਰੈਸ ਕਰਨ ਦੀ ਸਾਡੀ ਜ਼ਿੰਮੇਵਾਰੀ ਹੈ। ਪੰਜਾਬ ਦੀ ਭਾਜਪਾ ਇਹਦੇ ਨਾਲ ਹੀ ਹੈ ਹਮੇਸ਼ਾ? ਬਿਲਕੁਲ, ਇਸ ਆਰਡੀਨੈਂਸ ਦੇ ਨਾਲ ਹੋ ਖੜੇ ਤੁਸੀਂ? ਪੰਜਾਬ ਦੀ ਭਾਜਪਾ ਜਨਤਾ ਜਨਾਰਦਨ ਦੇ ਨਾਲ ਹੈ, ਉਹਦੇ ਵਾਸਤੇ ਕੁਝ ਵੀ ਕਰਨਾ ਪਏਗਾ, ਉਹ ਅਸੀਂ ਕਰਾਂਗੇ। ਪਰ ਜਨਤਾ ਤਾਂ ਕਹਿ ਰਹੀ ਹੈ, ਜਿੱਥੋਂ ਆਪਾਂ ਸ਼ੁਰੂ ਹੋਏ ਸੀ ਗੱਲ ਉੱਥੇ ਹੀ ਆ ਗਈ। ਨਹੀਂ, ਕਿਸਾਨ ਤਾਂ ਸੜਕਾਂ ਤੇ ਉਹ ਤਾਂ ਕਹਿ ਰਹੇ ਰੱਦ ਕਰ ਦਿਓ, ਫਿਰ ਕਰ ਦਿਓ, ਤੁਸੀਂ ਵੀ ਸਾਥ ਦੇ ਦਿਓ। ਇੱਦਾਂ ਨਹੀਂ। ਜਨਤਾ ਨੂੰ ਜੇ ਕੋਈ ਭਰਮ 'ਚ ਲੈ ਕੇ ਜਾ ਰਿਹਾ, ਗਲਤ ਪ੍ਰਚਾਰ 'ਚ ਲੈ ਕੇ ਜਾ ਰਿਹਾ, ਤਾਂ ਸਾਡਾ ਫਰਜ਼ ਹੈ ਉਹਨਾਂ ਨੂੰ ਅਸੀਂ ਸਹੀ ਰਸਤੇ ਦੇ ਵਾਸਤੇ ਅਸੀਂ ਆਪਣੇ ਆਪ ਕਨਵਿੰਸ ਕਰਕੇ ਅਸੀਂ ਐਕਸਪਲੇਨ ਤਾਂ ਕਰ ਦਿਓ ਕੌਣ ਭਰਮ 'ਚ ਲੈ ਕੇ ਜਾ ਰਿਹਾ ਹੈ। ਕਾਂਗਰਸ ਕਰ ਰਹੀ ਹੈ, ਆਪ ਕਰ ਰਹੀ ਹੈ ਔਰ ਹੋਰ ਵੀ ਜਿਹੜੀਆਂ ਹੈਗੀਆਂ ਉਹ ਅਲੱਗ-ਅਲੱਗ ਪਾਰਟੀਆਂ ਕਰ ਰਹੀਆਂ। ਇਜਾਜ਼ਤ ਦਿਓ, ਸ਼ੁਕਰੀਆ।